बड़ा है डिम है कोई ना करो मड़ा समान समून चक्की चलो। हाँ भाई पूरी तलाक के जी पिछे गड्डी में अंदर बस लेगा बस गया तो बच्चे तो सारी रहेगी बस थोड़ी थोड़ी बची है सारी हो जाता है आ गया नहीं सिलेंडर मंगाना पप्पे वाला पप्पे का अपना मनियाना ਦੇ ਉੱਤੇ ਪਿੰਡ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਿੰਡ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਤੁਸੀਂ ਤਸਵੀਰਾਂ 'ਚ ਦੇਖੋ ਠੀਕ ਹੈ ਬਾਈ ਆਪਣਾ ਜਰਨੈਲ ਸਿੰਘ ਵੀਰ ਵੀ ਅਸਾਂ ਆਪਣੇ ਪਿੰਡਾਂ 'ਚ ਖੇਤਾਂ 'ਚ ਅੱਗ ਵੜ ਗਈ ਜੀ ਪਿੰਡ 'ਚ ਬਹੁਤ ਜ਼ਿਆਦਾ ਨੁਕਸਾਨ ਹੋਇਆ 3-4 ਪਿੰਡ ਨੇ ਕਲੈੜ ਆਪਣਾ ਹਾਂਡਾ ਕੁਦਨੀ ਖੇਤਾਂ 'ਚ ਆਉਂਦੇ ਆਉਂਦੇ ਲੇਕਿਨ ਸਾਡੇ ਵੱਲੋਂ ਪੂਰੀ ਅੱਗ ਬੁਝਾਉਣ ਦੀ ਕੋਸ਼ਿਸ਼ ਹੈ ਫਿਰ ਵੀ JBC ਵੀ ਲੱਗੇ ਨੇ ਉਹ ਵੀ ਲੱਗੇ ਨੇ ਲੇਕਿਨ ਫਾਇਰ ਬ੍ਰਿਗੇਡ ਦਾ ਇੱਕ ਵੀ ਕੋਈ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਜੀ ਇਸ ਅਸੀਂ ਇਹ ਕਹਿਣਾ ਚਾਹੁੰਦੇ ਵੀ ਕੋਈ ਸਾਡਾ ਫੋਨ ਨਹੀਂ ਚੱਕਿਆ ਕੁਛ ਨਹੀਂ ਕੀਤਾ ਜੀ ਉਹਨੂੰ ਅੱਗ ਬੁਝਾਉਣ ਦੀ ਬਹੁਤ ਨੁਕਸਾਨ ਹੋ ਗਿਆ ਸਾਡੇ ਹੰਡ ਪਿੰਡ ਵਿੱਚ ਜੀ 10 ਮਿੰਟਾਂ ਦੇ ਅੰਦਰ ਤਬਾਹ ਕਰਤਾ ਜੀ ਸਾਰਾ ਕਿੰਨੇ ਘਰਾਂ ਦੇ ਵਿੱਚ ਵੀ ਅੱਗ ਗਈ ਹੈ ਹਾਂਜੀ ਘਰਾਂ ਦੇ ਵਿੱਚ ਵੀ ਤੁਸੀਂ ਆਪ ਦੇਖ ਰਹੇ ਹੋ ਵੀਰੇ ਹਾਲੇ ਵੀ ਸਾਡੀ ਹਾਲਤ ਦੇਖੋ ਜੀ ਮੁਸ਼ਕਲ ਹੋ ਰਿਹਾ ਤੁਸੀਂ ਵੀ ਕਿਵੇਂ ਖੜੇ ਹੋ ਧੂਆਂ ਦੇਖੋ ਜੀ ਹਾਂਜੀ ਬੱਚੇ ਦੇ ਪਸ਼ੂ ਬੜੀ ਨੁਕਸਾਨ ਨਾਲ ਤੁਹਾਨੂੰ ਲੱਗਦਾ ਬਹੁਤ ਕੀ ਨਾਮ ਹੈ ਵੀਰ ਜੀ ਤੁਹਾਡਾ? ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਪਿੰਡ ਹੰਡ 'ਚ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕੁੱਪਾਂ ਨੂੰ ਕਿੰਨੀ ਅੱਗ ਲੱਗੀ ਹੋਈ ਹੈ। ਡੰਗਰ ਪਸ਼ੂ ਹਾਲਾਂਕਿ ਡੰਗਰ ਪਸ਼ੂਆਂ ਨੂੰ ਵੀ ਚੜ ਗਈ ਪਿੰਡ 'ਚੋਂ ਬੜੀ ਮੁਸ਼ਕਲ ਨਾਲ ਡੰਗਰ ਪਸ਼ੂ ਬਾਹਰ ਕੱਢੇ ਨੇ। ਬੱਚਿਆਂ ਦਾ ਸਾਹ ਘੁੱਟਣ ਲੱਗ ਰਿਹਾ ਪਿੰਡ 'ਚ ਕੁੱਪ ਹੋਣ ਕਰਕੇ ਕੁੱਪਾਂ ਨੂੰ ਅੱਗ ਲੱਗਣ ਕਰਕੇ ਹਰੇਕ ਘਰ 'ਚ ਅੱਗ ਹੈ। ਕਿੰਨਾ ਬੁਰਾ ਹਾਲ ਤੁਸੀਂ ਦੇਖਣ ਲੱਗ ਰਹੇ ਹੋ। ਪਸ਼ੂਆਂ ਦੇ ਵੀ ਕਈ ਜਗ੍ਹਾ ਦਾ ਪਸ਼ੂਆਂ ਨੂੰ ਵੀ ਅੱਗ ਨੇ ਝਲਸਿਆ ਹੈ ਜੀ। ਬੱਚਿਆਂ ਦਾ ਵੀ ਕਿੰਨਾ ਬੁਰਾ ਹਾਲ ਹੈ। ਡਿੱਗ ਕੇ ਬੁੜੀਆਂ ਨੂੰ ਮਸੋਂ ਚੱਕ ਕੇ ਕੱਢਿਆ। ਪ੍ਰਸ਼ਾਸਨ ਵੱਲੋਂ ਸਾਨੂੰ ਕੁਝ ਨਹੀਂ ਮਿਲਿਆ ਹੈਗਾ। ਫਾਇਰ ਬ੍ਰਿਗੇਡ ਤਾਂ ਜ਼ਰੂਰ ਦੀ ਗੱਲ ਹੈ, ਇੱਥੇ ਕੋਈ ਮੁਲਾਜ਼ਮ ਪਹੁੰਚੇ ਤੱਕ ਵੀ ਨਹੀਂ ਹੈਗਾ ਜੀ। ਤੁਸੀਂ ਦੇਖ ਸਕਦੇ ਹੋ ਕਿੰਨਾ ਬੁਰਾ ਹਾਲ ਹੈ ਕਿ ਸਾਰਾ
ਸਾਰਾ ਪਿੰਡ ਹੀ ਜਲ ਚੁੱਕਿਆ ਹੈ। ਸਭ ਤੋਂ ਵੱਧ ਤੁਸੀਂ ਦੇਖਦੇ ਹੋ ਹਾਂਡੇ ਪਿੰਡ 'ਚ ਅੱਧੇ ਪਿੰਡ ਵਾਂਗੂ ਅੱਗ ਲੱਗੀ ਪਈ ਹੈ, ਜਿਸ ਤਰ੍ਹਾਂ ਕਿ ਕੁੱਪਣੇ ਪਿੰਡ ਦੇ ਵਿਚਾਲੇ ਸਾਰੇ ਕੁੱਪ ਮੱਚ ਗਏ ਨੇ ਤੇ ਘਰਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਫਿਰ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਰੱਖਿਆ ਗਿਆ? ਗੁਰਦੁਆਰਾ ਸਾਹਿਬ ਜਾਂ ਜਿਹੜੇ ਪਿੰਡ ਦੇ ਵਿਚਾਲੇ ਕੋਈ ਵੱਡੇ ਘਰ ਸੀ ਉਹਨਾਂ 'ਚ ਇਕੱਠੇ ਕਰੇ ਹੋਏ ਨੇ ਬੱਚੇ ਤੇ ਪਸ਼ੂ ਖੋਲ ਕੇ ਵੀ ਹਾਂ ਕਿਸੇ ਜਿੱਥੇ ਲੱਗਦਾ ਵੀ ਇੱਥੇ ਤੁਹਾਡੇ ਬੱਚੇ ਤਾਂ ਉੱਥੇ ਪਹੁੰਚਾਏ ਨੇ ਜੀ ਪਸ਼ੂ। ਕਿਸ ਤਰ੍ਹਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ? ਕੰਟਰੋਲ JCBਆਂ ਲੱਗੀਆਂ ਹੋਈਆਂ ਜੀ, ਇਹ 'ਚ ਪਾਣੀ ਵਾਲੀਆਂ ਟੈਂਕੀਆਂ ਜ਼ਿਮੀਂਦਾਰਾਂ ਦੇ ਜਿਹੜੇ ਸਪਰੇਅ ਵਾਲੇ ਪੰਪ ਹੁੰਦੇ ਨੇ ਉਹ ਬਹੁਤ ਜ਼ਿਆਦਾ ਆ ਰਹੇ ਨੇ। ਦੂਜੇ ਪਿੰਡਾਂ 'ਚ ਹੋਰ ਟੈਂਕ ਜਿਹੜੇ ਪਾਣੀ ਦੇ ਟੈਂਕ ਹੁੰਦੇ ਨੇ ਜੀ, ਆਪਣਾ ਹਿੰਮਤਪੁਰਾ ਹੋ ਗਿਆ ਜਾਂ ਇੱਧਰ ਪੁਰਨਮਾਜਰਾ ਉਦੇਪੁਰ, ਸਾਰੇ ਪਿੰਡਾਂ ਤੋਂ ਜਿੱਥੇ ਪਟਾਲ ਤੱਕ ਦੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਜੀ। ਟੈਂਕੀਆਂ ਲੈ ਕੇ ਸਪਰੇਅ ਵਾਲੇ ਪੰਪਾਂ ਨਾਲ ਕਾਬੂ ਕਰਿਆ ਜਾ ਰਿਹਾ, JCBਆਂ ਨਾਲ ਟਰੈਕਟਰਾਂ ਨਾਲ ਵਾਹ ਕੇ ਕਾਬੂ ਕੀਤਾ ਜੀ। ਪ੍ਰਸ਼ਾਸਨ ਤੋਂ ਵੱਲੋਂ ਕੋਈ ਹਦਾਇਤ ਨਹੀਂ ਮਿਲੀ ਜੀ, ਕੋਈ ਸਹਾਇਤਾ ਨਹੀਂ ਮਿਲੀ, ਬਿਲਕੁਲ ਵੀ ਕੁਝ ਵੀ ਨਹੀਂ। ਫਾਇਰ ਬ੍ਰਿਗੇਡ ਤਾਂ ਦੂਰ ਦੀ ਗੱਲ ਹੈ ਜੀ, ਉਹਨਾਂ ਦਾ ਫੋਨ ਵੀ ਨਹੀਂ ਚੱਕੇ ਜੀ, ਫੋਨ ਵੀ ਅਟੈਂਡ ਨਹੀਂ ਕੀਤੇ ਹੈਗੇ, ਕੋਈ ਸਹਾਇਤਾ ਨਹੀਂ ਪ੍ਰਸ਼ਾਸਨ ਵੱਲੋਂ ਸਾਨੂੰ ਜੀ। ਕੀ ਨਾਮ ਹੈ ਵੀਰੇ? ਮੇਰਾ ਨਾਮ ਹਰਪ੍ਰੀਤ ਸਿੰਘ ਹੈ ਵੀਰੇ। ਪਿੰਡ ਕਿਹੜਾ? ਹਾਂਡਾ ਵੀਰੇ। ਵੀਰੇ ਕੀ ਹਾਲਾਤ ਹੈਗੇ ਪਿੰਡ ਦੇ? ਕਿਵੇਂ ਅੱਗ ਲੱਗੀ? ਕਿੰਨੇ ਕੁ ਪਿੰਡਾਂ ਨੂੰ ਅੱਗ ਹੈਗੀ ਆ? ਹਾਲਾਤ ਦੇਖ ਲਓ ਵੀਰੇ, ਤੁਹਾਡੇ ਸਾਹਮਣੇ ਅੱਗ ਬਹੁਤ ਖੇਤਾਂ ਤੋਂ ਆਈ ਸੀ, ਸਾਰੇ ਪਿੰਡ ਦੇ ਵਿੱਚ ਵੜ ਚੁੱਕੀ ਹੈ। ਇੱਧਰ ਦੇਖ ਲਓ ਵੀਰੇ, ਕੁੱਪ ਦੇਖ ਲਓ, ਕੁਝ ਵੀ ਨਹੀਂ ਬਚਿਆ ਹੈਗਾ ਤੁਹਾਡੇ ਸਾਹਮਣੇ। ਇੱਧਰ JCBਆਂ ਲੱਗੀਆਂ ਹੋਈਆਂ ਨੇ ਵੀਰੇ, ਕੋਈ ਪ੍ਰਸ਼ਾਸਨ ਦੀ ਸਹਾਇਤਾ ਨਹੀਂ, ਕੋਈ ਫਾਇਰ ਬ੍ਰਿਗੇਡ ਨਹੀਂ ਆਈ, ਕੁਝ ਵੀ ਨਹੀਂ ਆਇਆ ਵੀਰੇ। ਦੇਖ ਲਓ ਤੁਹਾਡੇ ਸਾਹਮਣੇ ਆਇਆ ਯਾਰ। ਕਿੰਨੇ ਟਾਈਮ ਬਾਅਦ ਫਾਇਰ ਬ੍ਰਿਗੇਡ ਆ ਰਹੀ ਹੈ? ਹੁਣ ਵੀ ਆਵਾਜ਼ ਆ ਰਹੀ ਹੈ? ਉਹ ਕੁਝ ਨਹੀਂ ਆ ਰਿਹਾ ਯਾਰ, ਇੱਕ ਅੱਧੀ ਆਈ ਹੋਈ 5 ਘੰਟੇ ਜੇ 3 ਘੰਟਿਆਂ ਦੇ ਕਰੀਬ ਹੋ ਗਏ। ਦੇਖ ਲਓ ਇੱਕ ਅੱਧੀ ਆਈ ਹੈ ਹੁਣ ਜੀ, ਆਈ ਹੈ ਯਾਰ। ਉਹ ਕਿੰਨਾ ਕਿ ਬੁਝਾਲੂਗੀ ਉਹ ਯਾਰ ਤੁਹਾਡੇ ਸਾਹਮਣੇ ਪਿੰਡ 'ਚ ਅੱਗ ਦੇ ਕੰਟਰੋਲ ਕੀਤਾ ਜਾ ਰਿਹਾ, ਤੁਸੀਂ ਵੀ ਕਿਵੇਂ ਕਰ ਰਹੇ ਹੋ ਇਹਨੂੰ? ਦੇਖੋ ਯਾਰ, ਪੈਰ ਹਾਲਾਤ ਦੇਖੋ ਇੱਧਰ ਯਾਰ। ਹੁਣ ਕੀ ਕੀਤਾ ਜਾਵੇ ਯਾਰ, ਨਾ ਪ੍ਰਸ਼ਾਸਨ ਪਹੁੰਚਿਆ ਕੋਈ ਯਾਰ, ਨਾ ਫਾਇਰ ਬ੍ਰਿਗੇਡ ਪਹੁੰਚੀ ਕੋਈ ਯਾਰ। ਕੀ ਨਾਮ ਹੈ ਬਾਈ ਜੀ ਤੁਹਾਡਾ? ਸੰਦੀਪ ਕੌਰ ਹੈ ਜੀ। ਕਿਹੜਾ ਪਿੰਡ ਹੈ ਤੁਹਾਡਾ? ਹਾਂਡਾ ਪਿੰਡ ਹੈ ਜੀ ਸਾਡਾ। ਹਾਂਜੀ, ਇੱਥੇ ਅੱਗ ਲੱਗੀ ਸੀ ਤੇ ਅਸੀਂ ਬਹੁਤ ਫਸੇ ਹੋਏ ਸੀ ਅੱਗ 'ਚ। ਇੱਧਰ ਤੂੜੀ ਨੂੰ ਅੱਗ ਲੱਗੀ, ਡੰਗਰਾਂ ਨੂੰ, ਲੋਕਾਂ ਦੇ ਘਰ ਅਸੀਂ ਡੰਗਰ ਛੱਡੇ ਫਟਾਫਟ ਤੇ ਬੱਚੇ ਸਾਡੇ ਕਦੇ ਕੋਈ ਕਿਸੇ ਦੇ ਬਿਠਾਏ, ਪਤਾ ਨਹੀਂ ਸਾਨੂੰ ਬੱਚੇ ਸਾਡੇ ਕਿਹਦੇ ਘਰ ਬੈਠੇ ਨੇ। ਅਸੀਂ ਬੱਚੇ ਵੀ ਬੜੀ ਮੁਸ਼ਕਲ ਨਾਲ ਬਾਹਰ ਕੱਢੇ ਨੇ ਜੀ। ਸਾਡੇ ਸਾਰੇ ਆਲੇ ਦੁਆਲੇ ਕੁੱਪਣੇ ਅੱਗ ਲੱਗੀ ਜੀ, ਸਾਰੇ ਸਾਡੇ ਬੰਦੇ ਬਹੁਤ ਬੁਰੀ ਤਰ੍ਹਾਂ, ਕਿਸੇ ਦਾ ਪੈਰ ਮੱਚ ਗਿਆ ਜੀ, ਕਿਸੇ ਦੇ ਹੱਥ ਮੱਚ ਗਏ, ਬੜੀ ਬੁਰੀ ਤਰ੍ਹਾਂ ਅੱਗ ਬੁਝਾਈ ਹੈ ਤੇ ਸਾਡਾ ਕੋਈ ਨਹੀਂ ਸੁਣਦਾ ਹੈਗਾ। ਇੱਥੇ ਬਹੁਤ ਪ੍ਰੋਬਲਮ 'ਚ ਆਏ ਸੀ ਅਸੀਂ। ਪਰ ਹੁਣ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਹੈ? ਆਸ-ਪਾਸ ਤੋਂ ਪਿੰਡਾਂ ਦੇ ਬਹੁਤ ਅੱਗ ਲੱਗੀ ਹੋਈ ਹੈ। ਹਾਂਜੀ, ਲੱਗੀ ਹੋਈ ਆਲੇ ਦਾਲੇ ਪਿੰਡਾਂ ਦੇ ਵੀ ਆਏ ਹੋਏ ਆ ਜੀ, ਨਾ ਕੋਈ ਫੋਨ ਚੁੱਕਦਾ ਹੈਗਾ ਜੀ। ਬਹੁਤ ਕੁਛ ਅਸੀਂ ਬਹੁਤ ਤਰਲੇ ਮਾਰੇ। ਸਮਾਨ ਤੁਸੀਂ ਬਚਾ ਕਿਵੇਂ ਕਰ ਰਹੇ ਹੋ ਆਪਣੇ ਘਰ 'ਚ ਜਦੋਂ ਕੁੱਪਾਂ ਨੂੰ ਅੱਗ ਪੈ ਜਾਂਦੀ ਹੈ? ਅਸੀਂ ਆਪਣੇ ਆਪ ਹੀ ਜੀ, ਲੋਕਾਂ ਦੇ ਘਰੋਂ ਪਾਣੀ ਮੁੱਕ ਗਏ, ਸਾਡੇ ਲਾਈਟ ਤਾਂ ਹੈ ਹੀ ਨਹੀਂ, ਪਾਣੀ ਮੁੱਕ ਗਏ, ਅਸੀਂ ਲੋਕਾਂ ਦੇ ਘਰੋਂ ਪਾਣੀ ਲਿਆ ਕੇ ਸਾਡੇ ਆਪਣੇ ਘਰਾਂ ਦਾ ਬਚਾਅ ਕੀਤਾ ਜੀ। ਬੱਚੇ ਸਾਡੇ, ਸਾਨੂੰ ਕੋਈ ਨਹੀਂ ਪਤਾ ਕਿਹਦੇ ਘਰ ਬੈਠੇ ਨੇ ਜੀ। ਸਰ ਕੀ ਹਾਲਾਤ ਹੈਗੇ ਪਿੰਡਾਂ ਦੇ ਵਿੱਚ? ਤੁਸੀਂ ਲਾਈਵ ਹੋਏ ਸੀ ਪਹਿਲਾਂ, ਕਿਹੜੇ ਹਾਲਾਤ ਤਾਂ ਬਈ ਜੀ ਕੁਦਰਤੀ ਜੋ ਇਹ ਆਫਤ ਹੈ, ਕੁਦਨੀ, ਹਾਂਡਾ, ਰਾਮਪੁਰਾ, ਮਕੋਟ ਸਾਹਿਬ, ਮਨਿਆਣਾ, ਗਨੌਟਾ, ਘਮੂਰਕਾਟ ਅੱਗ ਲੱਗੀ ਹੈ। ਅੱਗ ਲੱਗਣ ਤੋਂ ਬਾਅਦ ਇੱਕ ਬਰੋਲਾ ਬਣਿਆ ਹੈ, ਮਤਲਬ ਕਿ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਅੱਗ ਲੱਗੀ ਉਸ ਬਰੋਲੇ ਨਾਲ। ਮੰਡੀਆਂ ਦੇ ਵਿੱਚ, ਡੇਰਿਆਂ ਦੇ ਵਿੱਚ, ਮਤਲਬ ਕਿ ਜਿਹੜੇ ਡੇਰੇ ਦੇ ਵਿੱਚ ਡੰਗਰ ਨੇ, ਕਿਸੇ ਦਾ ਵੀ ਇੱਕ ਵੀ ਡੰਗਰ ਨਹੀਂ ਬਚਿਆ, ਸਭ ਡੰਗਰਾਂ ਨੂੰ ਆਚ ਲੱਗ ਗਈ। ਔਰ ਰੱਬ ਦੀ ਕਿਰਪਾ, ਇੱਕੋ ਬੇਨਤੀ ਕਰ ਰਹੇ ਸੱਚੇ ਪਾਤਸ਼ਾਹ ਜੋ ਸਾਡੇ ਜੀਆਂ ਦੀ ਖੈਰ ਰਹੇਗੀ। ਬਾਕੀ ਸਾਡੇ ਹਾਂਡੇ, ਕੁਦਨੀ ਜਿਹੜੇ ਪਿੰਡ ਨੇ, ਲੋਕਲ ਪਿੰਡ ਨੇ, ਕਿਸੇ ਕੋਲੇ ਇੱਕ ਫੰਡਾ ਤੂੜੀ ਦਾ ਨਹੀਂ ਬਚਿਆ, ਸਭ ਦੀ ਤੂੜੀ ਮੱਚ ਗਈ। ਔਰ ਹਾਂਡੇ ਪਿੰਡ ਦੇ ਵਿੱਚ ਤਾਂ ਇਸ ਟਾਈਮ ਵੀ ਅੱਗ ਲੱਗੀ ਹੋਈ ਹੈ, ਮਤਲਬ ਗੁਰੂ ਘਰ ਦੇ ਬਿਲਕੁਲ ਜੜ 'ਚ ਪਹੁੰਚ ਗਈ। ਜਿਵੇਂ ਪ੍ਰਸ਼ਾਸਨ ਹੁਣ ਪਹੁੰਚਿਆ ਹੈ ਔਰ ਗੱਡੀਆਂ, ਅਸੀਂ ਵੀ ਆ ਗੁਰਮੇਲ ਸਿੰਘ ਦਾ ਰੋਡ ਤੇ ਹੈ, ਕੁੱਪ ਲੱਗੇ ਹੋਏ ਸੀ, ਉੱਥੇ ਲੰਘ ਨਹੀਂ ਸਕੇ ਅਸੀਂ। ਕਿਸ ਤਰ੍ਹਾਂ ਕੰਟਰੋਲ ਕੀਤੀ ਗਈ ਹੈ? ਕੰਟਰੋਲ ਜੀ ਹੁਣ ਤਾਂ ਜੀ ਪਿੰਡਾਂ ਦੇ ਲੋਕ ਆ ਗਏ ਸਾਰੇ, ਜਿਹੜੇ ਜਿਵੇਂ ਬੱਲਰਾ ਪਿੰਡ ਹੋ ਗਿਆ, ਹੋਰ ਨਾਲ ਲੱਗਦੇ ਪਿੰਡ ਰਾਮਪੁਰੇ ਦੇ ਹੋ ਗਏ, ਜਿੱਥੇ ਲੋਕ ਹਰਿਆਣੇ ਤੋਂ ਵੀ ਆ ਰਹੇ ਨੇ, ਡਰਮਾਂ ਦੇ ਨਾਲ ਕੰਟਰੋਲ ਕੀਤੀ ਜਾ ਰਹੀ ਹੈ। ਹੁਣ ਲਾਸਟ ਦੇ ਵਿੱਚ ਫਾਇਰ ਬ੍ਰਿਗੇਡ ਪਹੁੰਚ ਗਏ 4, ਬਾਕੀ ਪ੍ਰਸ਼ਾਸਨ ਵੀ ਪਹੁੰਚਿਆ ਹੈ। ਹੁਣ ਜਾ ਕੇ ਕੰਟਰੋਲ ਹੋਇਆ ਅੱਗ। ਹੁਣ ਲੱਗਦਾ ਵੀ ਹੁਣ ਕੰਟਰੋਲ ਹੈ, ਕਿਉਂਕਿ ਕਈ ਕੁੱਪਾਂ ਨੂੰ ਹਜੇ ਵੀ ਅੱਗ ਲੱਗੀ। ਦੇਖੋ ਕੁੱਪ ਤਾਂ ਜਿਹਨਾਂ ਨੂੰ ਅੱਗ ਲੱਗ ਚੁੱਕੀ ਉਹਦਾ ਬਚਦਾ ਹੀ ਨਹੀਂ। ਨਾਲ ਨੇ ਸਭ ਤੋਂ ਵੱਡੀ ਗੱਲ, ਘਰਾਂ ਦੇ ਵਿੱਚ ਵੀ ਅੱਗ ਪਹੁੰਚਣ ਦਾ ਖਤਰਾ ਹੁਣ ਕੰਟਰੋਲ 'ਚ ਹੈ ਜਾਂ ਕੀ? ਦੇਖੋ ਜੀ, ਤੂੜੀ ਮਹਿੰਗੀ ਹੈ, ਲੋਕਾਂ ਨੇ ਘਰਾਂ ਦੇ ਕੋਲ ਕੁੱਪ ਲਾਏ ਹੋਏ ਸੀਗੇ, ਜਦੋਂ ਕਿ 3-3 ਕਿੱਲਿਆਂ ਦਾ ਬਰੋਲਾ ਬਣ ਕੇ ਪਿੰਡਾਂ ਦੇ ਵਿੱਚ ਜਦੋਂ ਅੰਗਾਰੀਆਂ ਗਿਰੀਆਂ ਨੇ, ਉਹ 3-3 ਕਿੱਲਿਆਂ ਤੋਂ ਵੀ ਅੱਗ ਲੱਗੀ ਕੁੱਪਾਂ ਨੂੰ। ਪਰ ਲੋਕਾਂ ਨੇ ਜਿਹੜੇ ਲਾਈਟ ਦਾ ਪ੍ਰਬੰਧ, ਲਾਈਟ ਭੱਜ ਗਈ ਹਨੇਰੀ ਕਰਕੇ, ਲਾਈਟ ਨਹੀਂ ਹੈਗੀ, ਸਿਸਟਮ ਸਾਰਾ ਵਿਗੜ ਗਿਆ। ਇਹ ਤਾਂ ਪਰਮਾਤਮਾ ਦਾ ਜੋ ਕਹਿੰਦੇ ਜਾਨੀ ਨੁਕਸਾਨ ਤੋਂ ਬਚ ਗਏ, ਬਾਕੀ ਨੁਕਸਾਨ ਬਹੁਤ, ਜਿਵੇਂ ਗੁਰਮੇਲ ਸਿੰਘ ਖੜਿਆ, ਇਹਦੇ ਕੰਬਾਈਨ ਦੇ ਟਾਇਰ ਟੂਰ ਸੀਗੇ, ਸਾਰਾ ਕੁਝ ਹੀ ਮਤਲਬ ਕਿ ਤਬਾਹ ਹੋਣ ਦੇ ਕਿਨਾਰੇ ਹੈ। ਸਰ ਕਿਸ ਤਰ੍ਹਾਂ ਦੇ ਹਾਲਾਤ ਹੈ ਪਿੰਡਾਂ ਦੇ? ਕਿੰਨੇ ਕੁ ਪਿੰਡਾਂ ਨੂੰ ਅੱਗ ਲੱਗੀ ਸੀ? ਐਕਚੁਅਲੀ ਥਾਣਾ ਮੂਣਕ ਦੇ 6 ਪਿੰਡਾਂ 'ਚ ਅੱਗ ਲੱਗੀ ਸੀ, ਪਰ ਪਰਮਾਤਮਾ ਨੇ ਬੜੀ ਬਖਸ਼ਿਸ਼ ਕੀਤੀ ਕਿ ਮੰਡਵੀ ਪਿੰਡ ਦੇ ਵਿੱਚ ਬਰਸਾਤ ਨੇ ਅੱਗ ਜਿਹੜੀ ਆ ਬੁਝਾਤੀ।
ਔਰ ਜਿੰਨੀਆਂ ਫਾਇਰ ਬ੍ਰਿਗੇਡ ਦੀ ਸੀਗੀਆਂ ਸੁਨਾਮ ਤੋਂ ਕਿ ਸੰਗਰੂਰ ਤੋਂ ਸਮਾਣੇ ਤੋਂ ਔਰ ਜਿੱਥੋਂ ਕਿਤੋਂ ਵੀ ਸਾਰੀਆਂ ਪਹੁੰਚ ਗਈਆਂ। ਉਹਨੂੰ ਅਸੀਂ ਹਟਾ ਕੇ ਉੱਧਰੋਂ ਮੰਡਵੀ ਸਾਈਡ ਤੋਂ ਤੇ ਇਹਨਾਂ ਪਿੰਡਾਂ 'ਚ ਕੁੰਦਨੀ ਹਾਂਡਾ ਤੇ ਇਹਨਾਂ ਪਿੰਡਾਂ 'ਚ ਯੂਜ਼ ਕਰ ਲਿਆ ਤੇ ਕੰਟਰੋਲ ਹੇਠ ਅੱਗ। ਔਰ ਕੁਛ ਗਊਆਂ ਦਾ ਔਰ ਕੁਛ ਮੱਝਾਂ ਦਾ ਨੁਕਸਾਨ ਹੋਇਆ ਔਰ ਤੂੜੀ ਕਾਫੀ ਲੋਕਾਂ ਦੀ ਜੜ ਚੁੱਕੀ ਹੈ ਇਸ ਪਿੰਡ ਦੀ। ਲਗਭਗ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਜਿਹੜੀ ਹੈ ਤੂੜੀ ਹਾਂਡੇ ਪਿੰਡ ਦੀ ਤਾਂ ਬਚੀ ਨਹੀਂ। ਸਰ ਕਈ ਕੂਪਾਂ ਨੂੰ ਅੱਗ ਲੱਗਣ ਕਰਕੇ ਘਰਾਂ ਦੇ ਨਾਲ ਜਿਹੜੇ ਘਰ ਦੇ ਸੀਗੇ ਡੰਗਰ ਵੀ ਬਚਾਉਣੇ ਪਏ, ਘਰਾਂ ਦੇ ਵਿੱਚ ਤੂੜੀ ਸੀ ਉੱਥੇ ਤੱਕ ਵੀ ਅੱਗ ਪਹੁੰਚੀ ਹੈ, ਕਿਸ ਤਰ੍ਹਾਂ ਕੰਟਰੋਲ ਕੀਤਾ? ਐਕਚੁਅਲੀ ਲੋਕਾਂ ਨੇ ਬਹੁਤ ਐਫਰਟਸ ਕੀਤੇ ਜੀ। ਉਹਨਾਂ ਦੇ ਐਫਰਟਸ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜਾਨੀ ਨੁਕਸਾਨ ਤੋਂ ਬਚਾਇਆ। ਇੱਕ ਬੰਦਾ ਥੋੜ੍ਹਾ ਜਿਹਾ ਮਾਮੂਲੀ ਮਨਿਆਣੇ ਦਾ ਜਿਹੜਾ ਆ ਉਹ ਅੱਗ ਦੇ ਝੁਲਸਿਆ, ਬਾਕੀ ਸਾਰੇ ਠੀਕ ਹੈ ਜੀ। ਉਹ ਵੀ ਠੀਕ ਉਹਦੀ ਗੱਲ। ਹਾਂ, ਕੰਟਰੋਲ ਰੇਟ ਹੈ ਸਰ ਫਿਲਹਾਲ ਜਿਹੜੀ ਆ, ਜੇ ਨਾ ਹਨੇਰੀ ਚੱਲੀ ਤਾਂ ਕੰਟਰੋਲ ਰੇਟ। ਥੈਂਕ ਯੂ। ਸਰ ਕੀ ਹਾਲਾਤ ਹੈਗੇ? ਤੁਸੀਂ ਪਿੰਡਾਂ 'ਚ ਅੱਜ ਦੌਰਾ ਕਰਿਆ, ਕਿਵੇਂ ਅੱਗ ਲੱਗੀ, ਕਿੰਨੇ ਕੁ ਪਿੰਡਾਂ 'ਚ ਜਾ ਕੇ ਆਏ ਹੋ? ਦੇਖੋ, ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਅੱਜ ਹਾਂਡਾ, ਕੁਦਨੀ, ਰਾਮਪੁਰਾ ਗੁਜਰਾ, ਮਕਰੋੜ ਸਾਹਿਬ, ਮਨਿਆਣਾ, ਮੰਡਵੀ, ਇਹਨਾਂ ਸਾਰੇ ਪਿੰਡਾਂ ਦੇ ਵਿੱਚ ਅਚਾਨਕ ਇੱਕਦਮ ਅੱਗ ਲੱਗ ਗਈ। ਔਰ ਅੱਗ ਇਸ ਤਰ੍ਹਾਂ ਦੀ ਲੱਗੀ ਹੈ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਨੇ ਦੇਖੀ ਨਹੀਂ ਹੋਈ। ਜਿਸ ਪਾਸੇ ਵੀ ਦੇਖ ਰਹੇ ਹਾਂ ਅੱਗ ਦਾ ਹੀ ਤਾਂਡਵ ਨਜ਼ਰ ਆ ਰਿਹਾ। ਐਡੀ ਭਿਆਨਕ ਰੂਪ ਧਾਰਨ ਕਰ ਲਿਆ ਕਿ ਮਤਲਬ ਇਸ ਤਰ੍ਹਾਂ ਲੱਗਦਾ ਵੀ ਸਾਰੇ ਪਾਸੇ ਅੱਗ ਹੀ ਅੱਗ ਹੋ ਰਹੀ ਹੈ। ਸੋ ਬਹੁਤ ਵੱਡਾ ਨੁਕਸਾਨ ਹੋ ਗਿਆ। ਹੁਣ ਪਿੰਡ ਮਨਿਆਣੇ ਦੇ ਵਿੱਚ ਉੱਥੇ ਇੱਕ ਬੰਦਾ ਵੀ ਝੁਲਸ ਗਿਆ, 2-3 ਡੰਗਰ ਤਾਂ ਉੱਥੇ ਮੱਚੀ ਪਏ ਆ, ਜ਼ਖਮੀ ਪਏ ਆ, 2-3 ਉਹਨਾਂ ਦੀਆਂ ਮੱਝਾਂ ਖੁੱਲੀਆਂ, ਉਹਨਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਹੈ। ਸੋ ਇਸੇ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਹੁਣ ਇੱਕ ਮੰਡਵੀ ਦੇ ਵਿੱਚ, ਮਕਰੋੜ ਦੇ ਵਿੱਚ ਇੱਕ ਬੰਦੇ ਨੇ ਅੱਜ ਹੀ ਕਣਕ ਵੱਢੀ ਸੀ ਵਿਚਾਰੇ ਨੇ। ਉਹ ਸਾਰੀ ਕਣਕ ਘਰੇ ਪਈ ਤੀ ਤੇ ਕੰਬਾਈਨ ਤਾਂ ਉੱਥੋਂ ਨਿਕਲ ਗਈ, ਕਟਰ ਵੀ ਵਿੱਚ ਫਸ ਗਿਆ ਉਹਦੇ, ਤੇ ਸਾਰੀ ਉਹਦੀ ਕਣਕ ਹੈ ਜਿਹੜੀ ਉਹ ਵੀ ਸੜ ਗਈ। ਕੰਟਰੋਲ ਕਰਨ ਲਈ ਤੁਸੀਂ ਪ੍ਰਸ਼ਾਸਨ ਨੂੰ ਕੀ ਹਦਾਇਤਾਂ ਕੀਤੀਆਂ? ਕਿਉਂਕਿ ਕਈ ਕੂਪਾਂ ਨੂੰ ਅੱਗ ਲੱਗੀ ਹੈ, ਘਰਾਂ ਦੇ ਵਿੱਚ ਅੱਗ ਪਹੁੰਚਣੀ ਸ਼ੁਰੂ ਹੋ ਗਈ ਹੈ, ਹਾਲਾਤ ਬੜੇ ਬਦਤਰ ਹੋਏ ਨੇ, ਕਿਸ ਤਰ੍ਹਾਂ? ਮੈਂ ਦੇਖੋ ਉਸੇ ਸਮੇਂ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ, ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ, ਐਸਡੀਐਮ ਨਾਲ ਗੱਲ ਕੀਤੀ ਹੈ, ਸਾਰੇ ਪ੍ਰਸ਼ਾਸਨ ਨਾਲ। ਔਰ ਸਾਰਾ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਲੱਗਿਆ ਹੋਇਆ ਹੈ। ਫਾਇਰ ਬ੍ਰਿਗੇਡ ਸੁਨਾਮ ਤੋਂ, ਸਮਾਣੇ ਤੋਂ, ਸੰਗਰੂਰ ਤੋਂ, ਸਾਰੇ ਫਾਇਰ ਬ੍ਰਿਗੇਡ, ਕਿਉਂਕਿ ਅੱਗ ਕਈ ਪਿੰਡਾਂ ਦੇ ਵਿੱਚ ਲੱਗ ਗਈ। ਇਸ ਕਰਕੇ ਜਿਵੇਂ ਹਾਂਡੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ, ਇੱਥੇ ਵੀ ਫਾਇਰ ਬ੍ਰਿਗੇਡ ਹੈਗੇ ਆ, ਮਕਰੋੜ ਸਾਹਿਬ ਫਾਇਰ ਬ੍ਰਿਗੇਡ ਚੱਲ ਰਿਹਾ, ਮੰਡਵੀ ਚੱਲ ਰਿਹਾ। ਸੋ ਸਾਰੇ ਪਿੰਡਾਂ ਦੇ ਵਿੱਚ ਫਾਇਰ ਬ੍ਰਿਗੇਡ ਜਿੰਨੇ ਵੀ ਅਵੇਲੇਬਲ ਥੇ ਇਲਾਕੇ ਦੇ ਵਿੱਚ, ਉਹ ਸਾਰੇ ਫਾਇਰ ਬ੍ਰਿਗੇਡ ਮੰਗਾਏ ਨੇ। ਤੇ ਸਾਰਾ ਪ੍ਰਸ਼ਾਸਨ ਇੱਥੇ, ਡੀਐਸਪੀ, ਤਹਿਸੀਲਦਾਰ ਸਾਰੇ ਇੱਥੇ ਖੜੇ ਆ। ਸਾਰਾ ਪ੍ਰਸ਼ਾਸਨ ਆਪਸੀ ਤਾਲਮੇਲ ਦੇ ਨਾਲ ਇਸ ਅੱਗ ਨੂੰ ਬੁਝਾਉਣ ਦੇ ਲਈ ਪੂਰਾ ਯਤਨਸ਼ੀਲ ਹੈ, ਪੂਰੇ ਲੱਗੇ ਹੋਏ ਨੇ। ਪਰ ਜਿਹੜੀ ਕੁੱਪਾਂ ਨੂੰ ਅੱਗ ਲੱਗੀ ਹੈ, ਇਹ ਕੁੱਪਾਂ ਨੂੰ ਅੱਗ ਜਿਵੇਂ ਤੂੜੀ ਦੀ ਅੱਗ ਛੇਤੀ ਬੁਝਦੀ ਨਹੀਂ ਹੈ। ਅੱਛਾ, ਇੱਕ ਹਵਾ ਬੜੀ ਤੇਜ਼ ਚੱਲ ਰਹੀ ਹੈ, ਜਿਹੜੀ ਸਭ ਤੋਂ ਵੱਡੀ ਖਤਰੇ ਦਾ ਕਾਰਨ ਹੈ। ਜਿਵੇਂ ਹਾਂਡੇ ਦੇ ਵਿੱਚ ਤਾਂ ਜਿਹੜੇ ਕੁੱਪਾਂ ਦੇ ਸੀ, ਉਹ ਕਈਆਂ ਨੇ ਘਰਾਂ ਦੇ ਬਾਹਰ ਹੀ ਕੁੱਪ ਲੱਗੇ ਹੋਏ ਆ, ਉਹ ਤੋਂ ਬਹੁਤ ਜ਼ਿਆਦਾ ਖਤਰਾ ਬਣਿਆ ਹੋਇਆ। ਹੁਣ ਜਦ ਤੱਕ ਉਹ ਕੁੱਪ ਦੀ ਅੱਗ ਨਹੀਂ ਬੁਝਦੀ ਤੇ ਜਾਂ ਹਵਾ ਬੰਦ ਨਹੀਂ ਹੁੰਦੀ, ਉਹ ਅੱਗ ਦਾ ਕੋਈ ਪਤਾ ਨਹੀਂ ਕਿਹੜੇ ਪਾਸੇ ਹਵਾ ਚੱਲ ਜੇ ਤੇ ਕਿਹੜੇ ਪਾਸੇ ਅੱਗ ਚੱਲ ਜਾਵੇ। ਸੋ ਇਹ ਸਾਰੇ ਕਿੰਨਾ ਕੁ ਨੁਕਸਾਨ, ਕਿੰਨਾ ਜਿਹੜਾ ਵੀ ਨੁਕਸਾਨ ਹੋਇਆ ਉਹਦੇ ਲਈ ਪ੍ਰਸ਼ਾਸਨ ਕੋਈ ਜਾਇਜ਼ਾ ਲਏਗਾ? ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਕਿਵੇਂ ਆਦੇਸ਼ ਦੇਵੋਗੇ? ਕੀ ਬਿਲਕੁਲ ਸਵੇਰੇ ਹੀ ਸਾਰੀਆਂ ਡਾਕਟਰਾਂ ਦੀਆਂ ਟੀਮਾਂ, ਪਸ਼ੂਆਂ ਦੇ ਡਾਕਟਰ ਵੀ, ਸਾਰੀਆਂ ਟੀਮਾਂ ਡਾਕਟਰਾਂ ਦੇ ਇੱਥੇ ਆਉਣਗੀਆਂ। ਸਾਰੇ ਤਹਿਸੀਲਦਾਰ, ਐਸਡੀਐਮ ਸਾਰੇ ਮੌਕੇ ਤੇ ਆਉਣਗੇ। ਸਾਰਾ ਜੋ ਵੀ ਨੁਕਸਾਨ ਲੋਕਾਂ ਦਾ ਹੋਇਆ ਉਹਦਾ ਸਾਰੇ ਦਾ ਜਾਇਜ਼ਾ ਲੈ ਕੇ ਉਹ ਸਾਰਾ ਬਣਦਾ ਮੁਆਵਜ਼ਾ ਵੀ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਦਿੱਤਾ ਜਾਊਗਾ। ਦੇਖੋ, ਮੁਆਵਜ਼ਾ ਦਿੱਤਾ ਜਾ ਸਕਦਾ ਹੈ। ਦੁੱਖ ਐਡਾ ਵੱਡਾ ਹੈ ਇਸ ਪਿੰਡ ਦੇ ਵਿੱਚ, ਤਾਂ ਮੈਂ ਕਹਿੰਦਾ ਕੋਈ ਤੂੜੀ ਦੀ ਗੱਲ ਹੀ ਨਹੀਂ ਰਹੀ। ਸਾਰੇ ਪਿੰਡ ਦੀ ਤੂੜੀ ਮੱਚ ਗਈ। ਜਿੰਨੇ ਕੁੱਪ ਸੀ ਉੱਥੇ ਕਿੱਲੇ, 1.5 ਕਿੱਲੇ ਦੇ ਵਿੱਚ ਕੁੱਪ ਲੱਗੇ ਹੋਏ ਨੇ। ਉਹ ਜਸਟ ਲਾਈਕ ਇੱਕ ਸਾਂਝੀ ਜਿਹੀ ਜਗ੍ਹਾ ਬਣੀ ਹੋਈ ਹੈ, ਸਾਰੇ ਪਿੰਡ ਦੇ ਉੱਤੇ ਕੁੱਪ ਲਾ ਦਿੰਦੇ ਆ ਸਾਂਝੇ, ਉਹ ਸਾਰੀ ਸੜ ਗਈ। ਵੀ ਪਸ਼ੂਆਂ ਦੇ ਚਾਰੇ ਦੇ ਲਈ ਤੂੜੀ ਦਾ ਜਿਹੜਾ ਬਹੁਤ ਵੱਡਾ ਸੰਕਟ ਇਸ ਪਿੰਡ ਦੇ ਵਿੱਚ ਹੋਣ ਵਾਲਾ ਹੈ, ਇਸੇ ਤਰ੍ਹਾਂ ਦੂਜੇ ਪਿੰਡਾਂ ਦੇ ਵਿੱਚ ਹੈ। ਸੋ ਇਹ ਸਾਰਾ ਮੁਆਵਜ਼ਾ ਤਾਂ ਇਹਨਾਂ ਨੂੰ ਦਿੱਤਾ ਜਾਊਗਾ, ਪਰ ਨੁਕਸਾਨ ਬਹੁਤ ਵੱਡਾ ਹੋਇਆ ਹੈ। ਸੋ ਇਹ ਬਹੁਤ ਹੀ, ਜਿਹਨੂੰ ਕਹਿਣਾ ਚਾਹੀਦਾ, ਦੁੱਖ ਹੈ। ਬਹੁਤ ਸ਼ਬਦਾਂ 'ਚ ਹੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਾਹਮਣੇ 6 ਮਹੀਨਿਆਂ ਦੀ ਕਮਾਈ ਸੜ ਰਹੀ ਹੈ। ਜਿਹੜੇ ਕੁੱਪ ਬੰਨੇ ਸੀ ਬੜੇ ਚਾਵਾਂ ਦੇ ਨਾਲ, ਉਹ ਸਾਰੇ ਕੁੱਪ ਪਲ ਭਰ ਦੇ ਵਿੱਚ ਸਾਰੇ ਸੁਆਹ ਹੋ ਗਏ। ਸਾਰੇ ਫਰਨੀਚਰ ਸੜ ਰਹੇ ਹੈ।
ਸੋ ਇੱਕ ਬੇਵਸ ਹੋ ਕੇ ਲੋਕ ਦੇਖ ਰਹੇ ਸੀ। ਸਰ ਫਾਇਰ ਬ੍ਰਿਗੇਡ ਕਿੱਥੋਂ ਆਈਆਂ ਨੇ, ਕਿਹੜੇ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਆਈਆਂ? ਸੁਨਾਮ ਤੋਂ ਆਈ ਹੈ, ਸਮਾਣੇ ਤੋਂ ਆਈ ਹੈ, ਸੰਗਰੂਰ ਤੋਂ ਆਏ ਨੇ। 3 ਫਾਇਰ ਬ੍ਰਿਗੇਡ ਸੰਗਰੂਰ ਅਵੇਲੇਬਲ ਸੀ, 3 ਆ ਗਏ ਸੀ ਇੱਥੇ। ਸੋ ਕਰੀਬ 5 ਜਾਂ 6 ਫਾਇਰ ਬ੍ਰਿਗੇਡ ਇੱਥੇ ਲੱਗੇ ਹੋਏ ਆ। ਅਸੀਂ ਟੋਹਾਣੇ ਵੀ ਰਿਕੁਐਸਟ ਕੀਤੀ ਸੀ ਇਹਨਾਂ ਨੂੰ, ਪਰ ਟੋਹਾਣੇ ਵਾਲੇ ਨੇ ਫਾਇਰ ਬ੍ਰਿਗੇਡ ਭੇਜੇ ਨਹੀਂ ਜਾਣੇ ਕਿਉਂ, ਪਰ ਅਸੀਂ ਤਾਂ ਰਿਕੁਐਸਟ ਉਹਨਾਂ ਨੂੰ ਕਈ ਦਫਾ ਕੀਤੀ ਪਰ ਉੱਥੋਂ ਨਹੀਂ ਆਏ। ਇਹ ਫਾਇਰ ਬ੍ਰਿਗੇਡ ਇੱਥੇ ਆਏ ਹੋਏ ਜ਼ਿਲ੍ਹੇ ਸੰਗਰੂਰ ਦੀਆਂ ਸਾਰੀਆਂ ਫਾਇਰ ਬ੍ਰਿਗੇਡ? ਆ ਜ਼ਿਲ੍ਹੇ ਸਮਾਣੇ ਦੀ ਵੀ ਆਈ ਹੋਈ ਹੈ ਜੀ, ਹਾਂ, ਉਹ ਸਾਰੇ ਫਾਇਰ ਬ੍ਰਿਗੇਡ ਲੱਗੀਆਂ ਹੋਈਆਂ ਨੇ। ਤੇ ਉਮੀਦ ਹੈ ਜਿਸ ਤਰ੍ਹਾਂ ਇਹਨਾਂ ਪਿੰਡਾਂ ਦੇ ਵਿੱਚ ਕੰਟਰੋਲ ਹੋਇਆ, ਮੰਡਵੀ ਕੁਦਰਤ ਨੇ ਕਿਰਪਾ ਕਰਤੀ, ਉੱਥੇ ਮੀਂਹ ਪੈ ਗਿਆ ਬੜਾ ਜ਼ਬਰਦਸਤ, ਉੱਥੇ ਮੀਂਹ ਨਹੀਂ ਕੰਟਰੋਲ ਕਰਤਾ, ਅਸੀਂ ਉੱਥੋਂ ਹੀ ਫਾਇਰ ਬ੍ਰਿਗੇਡ ਹਟਾ ਕੇ ਉਹਦੀ ਮਕਰੋੜ ਸਾਹਿਬ ਮੰਗਾ ਲਿਆ ਸੀਗਾ। ਸੋ ਦੇਖੋ ਕੁਦਰਤ ਦੀ ਹੈ ਵੀ ਜੇ ਮੀਂਹ ਮੂੰਹ ਵੀ ਪੈ ਜਾਏਗਾ ਤਾਂ ਕੰਟਰੋਲ ਹੋ ਜਾਏਗਾ। ਭਾਈ ਜੀ 20 ਟਰਾਲੀਆਂ ਕੁੱਪ ਗੁਰਮੇਲ ਸਿੰਘ ਹੈ ਜੀ। ਗੁਰਮੇਲ ਸਿੰਘ ਕੀ ਹਾਲਾਤ ਹੈਗੇ ਪਿੰਡ ਦੇ? ਆਪਣੇ ਤਾਂ ਵੀਰ ਜੀ 20 ਟਰਾਲੀਆਂ ਕੁੱਪ ਦੀ 2 ਕੁੱਪ ਫੁੱਕ ਗਏ, 2 ਕੰਬਾਈਨ ਦੇ ਟਾਇਰ ਫੁੱਕ ਗਏ, ਬੋਰ ਫੁੱਕ ਗਿਆ, ਅੰਦਰ ਦੀ ਸਾਰਾ ਸਮਾਨ ਸਾਰਾ ਕੁਝ ਫੁੱਕ ਗਿਆ, ਆਪਣਾ ਕੁਝ ਨਹੀਂ ਰਿਹਾ। ਬਾਕੀ ਜਾ ਕੇ ਦੇਖਿਓ ਸਾਰਾ ਕੁਝ ਨਹੀਂ ਬਚਿਆ, ਆਪਣੇ ਜਾ ਕੇ ਦੇਖਿਆ ਜਾ ਕੇ ਨਾ ਬੁਝਾਈ ਗਈ ਅੱਗ, ਪਾਣੀ ਨਹੀਂ ਰਿਹਾ ਹੈਗਾ ਕਿਤੇ, ਅੱਗ ਬੁਝਾਈ ਨਹੀਂ ਗਈ ਹੈਗੀ, ਛੱਡ ਕੇ ਆ ਗਏ ਘਰੇ। ਬੋਰ ਵੀ ਫੁੱਕ ਗਿਆ, ਕੁਛ ਨਹੀਂ ਹਾਲ ਵੀ ਚੱਲਦੇ ਨੇ ਰੋਡ ਦੇ ਉੱਤੇ ਜਾ ਕੇ ਦੇਖੋ ਯਾਰ, ਦੇਖਿਆ ਜਾ ਕੇ ਦੇਖਿਆ ਜਾ ਕੇ ਮੰਡੀ ਦੇ ਉੱਤੇ ਹੀ ਹੈ, ਰੋਡ ਦੇ ਉੱਤੇ ਜਾ ਕੇ ਦੇਖੋ ਜਾ ਕੇ, ਗੱਡੀ ਵੀ ਕ੍ਰਾਸ ਨਹੀਂ ਹੋ ਸਕਦੀ ਹੈਗੀ ਜੀ, ਇਹਦੇ ਨਾਲ ਬੁਰਾ ਹਾਲ ਹੋ ਗਿਆ। ਠੀਕ ਹੈ, ਹਾਂ ਜਾ ਕੇ ਦੇਖਿਆ।